सो नैक्सट इज ओशन थर्मल एनर्जी कन्वर्जन। नाउ सब नूं पता है कि ओशन 70% जी अर्थ की सरफेस है उसनों एक्वायर करता है, मेकिंग दैम द वर्ल्ड्स लार्जेस्ट सोलर कलैक्टर्स। ओशन एनर्जी ड्रॉज ऑन एनर्जी ऑफ ओशन वेव्स, tides, or on the thermal energy stored in the ocean. The sun warms the surface water a lot more than the deep ocean water, and the temperature difference stores thermal energy. देखो ਜਦੋਂ ਧੁੱਪ ਪੈਂਦੀ ਹੈ ਤਾਂ ਧੁੱਪ ਪੈਂਦੀ ਹੈ ਜ਼ਿਆਦਾਤਰ ਸਰਫੇਸ ਦੇ ਉੱਪਰ, ਜਿਸ ਕਰਕੇ ਜਿਹੜਾ ਸਰਫੇਸ ਦਾ ਪਾਣੀ ਹੁੰਦਾ ਉਸ ਦਾ ਟੈਂਪਰੇਚਰ ਜਾਂਦਾ ਵੱਧ, ਠੀਕ ਹੈ, ਟੈਂਪਰੇਚਰ ਹੋ ਜਾਂਦਾ ਇਨਕਰੀਜ਼ ਸਰਫੇਸ ਦਾ। ਬਟ ਜਿਹੜਾ ਡੂੰਘਾਈ 'ਚ ਜਿਹੜਾ ਪਾਣੀ ਹੈ ਉਸ ਦਾ ਟੈਂਪਰੇਚਰ ਉਨਾ ਇਨਕਰੀਜ਼ ਨਹੀਂ ਹੁੰਦਾ, ਤਾਂ ਜਿਸ ਕਰਕੇ ਟੈਂਪਰੇਚਰ ਦਾ ਡਿਫਰੈਂਸ ਆ ਜਾਂਦਾ ਦੋ ਲੇਅਰਸ ਦੇ ਵਿੱਚ, ਠੀਕ ਹੈ। ਇਸ ਟੈਂਪਰੇਚਰ ਡਿਫਰੈਂਸ ਦੇ ਫਾਰਮ ਦੇ ਵਿੱਚ ਇੱਕ ਐਨਰਜੀ ਸਟੋਰ ਹੋ ਜਾਂਦੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਥਰਮਲ ਐਨਰਜੀ। So the ocean contains two type of energy. The one is called thermal energy from the sun heat and the mechanical energy from the tides and the waves. ਲਹਿਰਾਂ ਦੇਖੀਆਂ ਨੇ ਸਮੁੰਦਰ ਦੇ ਵਿੱਚ, ਲਹਿਰਾਂ ਉੱਠਦੀਆਂ ਨੇ ਜਿਹੜੀਆਂ, ਠੀਕ ਹੈ, ਉਹਨਾਂ ਦੇ ਵਿੱਚ ਕੀ ਹੁੰਦੀ ਹੈ, ਕਾਈਨੈਟਿਕ ਐਨਰਜੀ ਹੁੰਦੀ ਹੈ ਕਿਉਂਕਿ ਮੂਵ ਕਰ ਰਹੀਆਂ ਨੇ। ਦੈਨ ਉਸ ਤੋਂ ਬਾਅਦ ਕਿਉਂਕਿ ਜਦੋਂ ਹਾਈਟ ਤੇ ਪਹੁੰਚ ਜਾਂਦੀਆਂ ਨੇ, ਇੱਕ ਹਾਈਟ ਤੇ ਪਹੁੰਚਦੀਆਂ ਤਾਂ ਪੋਟੈਂਸ਼ੀਅਲ ਐਨਰਜੀ, ਤੇ ਜਦੋਂ ਹਾਈਟ ਤੋਂ ਥੱਲੇ ਮੂਵ ਕਰਦੀਆਂ ਨੇ ਫਿਰ ਉਹ ਕੀ ਹੋ ਜਾਂਦੀ ਹੈ, ਪੋਟੈਂਸ਼ੀਅਲ ਐਨਰਜੀ ਕਨਵਰਟ ਹੋ ਜਾਂਦੀ ਹੈ ਕਾਈਨੈਟਿਕ ਐਨਰਜੀ 'ਚ। ਤੇ ਦੂਸਰੀ ਹੁੰਦੀ ਆ ਟਾਈਡਸ, ਠੀਕ ਹੈ। ਟਾਈਡਸ ਆਪਾਂ ਪੜ੍ਹੇ ਨੇ, ਠੀਕ ਹੈ, ਲੋ ਟਾਈਡਸ, ਹਾਈ ਟਾਈਡਸ, ਠੀਕ ਹੈ, ਜਵਾਰ ਭਾਟਾ ਜਿਹਨੂੰ ਆਪਾਂ ਪੜ੍ਹਦੇ ਹੁੰਦੇ ਸੀ। ਸੋ ਦੇ ਆਰ ਬੇਸਿਕਲੀ ਮਕੈਨੀਕਲ ਐਨਰਜੀ ਹੁੰਦੀ ਹੈ ਸਾਡੇ ਕੋਲ ਕਿਸ ਦੇ ਫਾਰਮ ਦੇ ਵਿੱਚ, ਟਾਈਡਸ ਤੇ ਵੇਵਸ ਦੀ ਫਾਰਮ ਦੇ ਵਿੱਚ, ਠੀਕ ਹੈ। ਜਦੋਂ ਸਮੁੰਦਰ ਤੋਂ ਮੰਨ ਲਓ ਪਾਣੀ ਆ ਰਿਹਾ, ਫਲੋ ਹੋ ਰਿਹਾ, ਅਤੇ ਉਹ ਫਲੋ ਜਦੋਂ ਟਰਬਾਈਨਸ ਦੇ ਉੱਪਰ, ਠੀਕ ਹੈ, ਮਕੈਨੀਕਲ ਟਰਬਾਈਨਸ ਦੇ ਉੱਪਰ ਵੱਜਦਾ ਤਾਂ ਟਰਬਾਈਨਸ ਹੁੰਦੀਆਂ ਨੇ ਫਲੋ, ਤਾਂ ਟਰਬਾਈਨਸ ਅਗਰ ਘੁੰਮਦੀਆਂ ਨੇ ਤਾਂ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ। ਦੂਸਰੀ ਤਰ੍ਹਾਂ ਦੀ ਐਨਰਜੀ ਹੁੰਦੀ ਹੈ ਉਹਨੂੰ ਕਹਿੰਦੇ ਆ ਥਰਮਲ ਐਨਰਜੀ, ਜਿਹੜੀ ਕਿ ਸਨ ਦੇ ਹੀਟ ਕਰਨ ਦੇ ਨਾਲ ਹੁੰਦੀ ਹੈ, ਕਿਉਂਕਿ ਸਨ ਦੇ ਹੀਟ ਕਰਨ ਨਾਲ ਸਰਫੇਸ ਦਾ ਜਿਹੜਾ ਵਾਟਰ ਹੈ ਉਹ ਹੀਟ ਹੋ ਜਾਂਦਾ ਹੈ, ਜਿਹੜਾ ਡੀਪਰ ਹੈ ਵਾਟਰ, ਜਿਹੜਾ ਅੰਦਰ ਵਾਟਰ ਹੈ ਉਹ ਘੱਟ ਹੀਟ ਹੁੰਦਾ ਹੈ, ਜਿਸ ਕਰਕੇ ਦੋਨਾਂ ਦੇ ਵਿਚਕਾਰ ਜੋ ਡਿਫਰੈਂਸ ਹੈ ਉਹ ਜਿਹੜਾ ਡਿਫਰੈਂਸ ਹੈ ਉਹ ਥਰਮਲ ਐਨਰਜੀ ਸਾਡੇ ਕੋਲ ਬਣ ਕੇ ਆਉਂਦਾ, ਠੀਕ ਹੈ। ਸੋ ਆਈ ਹੋਪ ਦਿਸ ਇਜ਼ ਕਲੀਅਰ ਟੂ एवरीवन। ਇੰਨਾ ਜਿਹੜਾ ਪੁਆਇੰਟ ਹੈ। ਦੈਨ ਨੈਕਸਟ ਆਪਣੇ ਕੋਲ ਕੀ ਹੈ ਕਿ ਓਸ਼ਨ ਥਰਮਲ ਐਨਰਜੀ ਇਜ਼ ਯੂਜ਼ਡ ਫॉर ਮੈਨੀ ਐਪਲੀਕੇਸ਼ਨਸ। ਕਿਸ ਤਰ੍ਹਾਂ ਦੀ ਐਪਲੀਕੇਸ਼ਨ? ਇਲੈਕਟ੍ਰੀਸਿਟੀ ਜਨਰੇਸ਼ਨ ਲਈ। ਇਲੈਕਟ੍ਰੀਸਿਟੀ ਕਨਵਰਜਨ ਸਿਸਟਮਸ ਕਿੱਦਾਂ ਦੇ ਹੁੰਦੇ? ਕਲੋਜ਼ ਸਾਈਕਲ, ਓਪਨ ਸਾਈਕਲ ਐਂਡ ਹਾਈਬ੍ਰਿਡ। Closed cycle systems use the ocean warm surface water to vaporize a working fluid which is a low boiling point such as ammonia. The vapor expands and turns a turbine, ठीक है। सो closed cycle ਦੇ ਵਿੱਚ ਕੀ ਹੁੰਦਾ, ਜਿਹੜਾ ਉੱਪਰਲਾ ਪਾਣੀ ਹੈ, ਉੱਪਰਲੀ ਸਰਫੇਸ ਹੈ, ਉਹ ਸਰਫੇਸ ਕੀ ਕਰਦੀ ਹੈ, ਉਹਨੂੰ ਜਿਹੜੀ ਸਰਫੇਸ ਦੇ ਉੱਪਰ ਕੋਈ ਵੀ ਫਲੂਇਡ ਹੈ, ਚਾਹੇ ਉਹ ਪਾਣੀ ਹੈ ਜਾਂ ਕੁਛ ਵੀ ਹੈ, ਤਾਂ ਉਹ ਕੀ ਕਰਦਾ, ਜਿਹੜਾ ਉਹ ਸਰਫੇਸ ਹੈ ਜਿਹੜੀ ਉਹਦੇ ਉੱਤੇ ਫਲੂਇਡ ਹੈ ਉਹ ਕੀ ਹੁੰਦਾ, ਵੇਪਰਾਈਜ਼ ਹੁੰਦਾ, ਉਹਦੀ ਭਾਫ ਬਣਦੀ ਹੈ। ਭਾਫ ਬਣ ਕੇ ਕੀ ਕਰਦੀ ਹੈ, ਉਹ ਟਰਬਾਈਨ ਨੂੰ ਰੋਟੇਟ ਕਰਦੀ ਹੈ। ਰੋਟੇਟ ਕਰਦੀ ਹੈ ਤਾਂ ਸਾਨੂੰ ਪਤਾ ਹੈ ਜਦੋਂ ਟਰਬਾਈਨ ਰੋਟੇਟ ਹੋਊਗੀ ਸਾਡੇ ਕੋਲ ਕੀ ਪ੍ਰੋਡਿਊਸ ਹੋਊਗੀ, ਇਲੈਕਟ੍ਰੀਸਿਟੀ। ਸੋ ਦ ਟਰਬਾਈਨ ਦੈਨ ਐਕਟੀਵੇਟਸ ਅ ਜਨਰੇਟਰ ਟੂ ਪ੍ਰੋਡਿਊਸ ਦ ਇਲੈਕਟ੍ਰੀਸਿਟੀ। ਓਪਨ ਸਾਈਕਲ ਸਿਸਟਮ 'ਚ ਕੀ ਹੁੰਦਾ? ਓਪਨ ਸਾਈਕਲ ਸਿਸਟਮ ਐਕਚੁਅਲੀ ਬੋਇਲ ਦ ਸੀ ਵਾਟਰ ਬਾਈ ਆਪਰੇਟਿੰਗ ਐਟ ਲੋ ਪ੍ਰੈਸ਼ਰਸ। ਦਿਸ ਪ੍ਰੋਡਿਊਸਿਸ ਦ ਸਟੀਮ ਦੈਟ ਪਾਸਿਸ ਥਰੂ ਅ ਟਰਬਾਈਨ ਐਂਡ ਜਨਰੇਟਰ। ਓਪਨ ਸਾਈਕਲ ਸਿਸਟਮਸ ਦੇ ਵਿੱਚ ਅਸੀਂ ਜਿਹੜਾ ਸੀ ਵਾਟਰ ਹੈ ਉਸਨੂੰ ਇੱਕ ਤਰ੍ਹਾਂ ਨਾਲ ਬੋਇਲ ਕਰਨ ਦੀ ਕੰਡੀਸ਼ਨ ਤੱਕ ਉਸਨੂੰ ਲੈ ਕੇ ਜਾਂਦੇ ਹਾਂ ਤਾਂ ਕਿ ਉਹ ਲੋ ਪ੍ਰੈਸ਼ਰਸ 'ਤੇ ਆਪਰੇਟ ਕਰੇ, ਐਂਡ ਉਸ ਤੋਂ ਜਿਹੜੀ ਸਟੀਮ ਜਨਰੇਟ ਹੁੰਦੀ ਹੈ ਉਸ ਨੂੰ ਅਸੀਂ ਜਨਰੇਟਰ ਤੱਕ ਲੈ ਕੇ ਜਾਵਾਂਗੇ। ਦੇਖੋ ਕਲੋਜ਼ ਸਿਸਟਮ ਦੇ ਵਿੱਚ ਕੀ ਹੈ ਕਿ ਇੱਕ ਫਲੂਇਡ ਦੀ ਸਾਨੂੰ ਹੈਲਪ ਲੈਣੀ ਪਊਗੀ, ਠੀਕ ਹੈ। ਉਹ ਫਲੂਇਡ ਜਿਹਦਾ ਕਿ ਬੋਇਲਿੰਗ ਪੁਆਇੰਟ ਘੱਟ ਹੋਵੇ, ਕਿਉਂਕਿ ਅਗਰ ਬੋਇਲਿੰਗ ਪੁਆਇੰਟ ਘੱਟ ਹੈ ਦੈਟ ਮੀਨਸ ਉਹ ਥੋੜ੍ਹੀ ਜਿਹੀ ਹੀਟ ਹੋਣ ਦੇ ਨਾਲ ਵੀ ਭਾਫ ਬਣਨ ਲੱਗ ਜੂਗੀ ਉਸਦੀ। ਸੋ ਉਸ 'ਚ ਇੱਕ ਐਗਜ਼ਾਮਪਲ ਆ ਜਾਂਦੀ ਹੈ ਅਮੋਨੀਆ। ਅਤੇ ਓਪਨ ਸਿਸਟਮ ਦੇ ਵਿੱਚ ਕੀ ਹੈ ਕਿ ਓਪਨ ਸਿਸਟਮ ਦੇ ਵਿੱਚ ਅਸੀਂ ਕੋਈ ਫਲੂਇਡ ਨਹੀਂ ਵਰਤਦੇ, ਅਸੀਂ ਪਾਣੀ ਦੀ ਹੈਲਪ ਹੀ ਲੈਂਦੇ ਹਾਂ। ਹਾਈਬ੍ਰਿਡ ਦੇ ਵਿੱਚ ਅਸੀਂ ਦੋਨਾਂ ਨੂੰ ਯੂਜ਼ ਕਰ ਸਕਦੇ ਹਾਂ, ਠੀਕ ਹੈ। ਸੋ ਇਹ ਹੈ ਓਸ਼ਨ ਥਰਮਲ ਐਨਰਜੀ। ਦੈਨ ਓਸ਼ਨ ਮਕੈਨੀਕਲ ਐਨਰਜੀ ਦੇ ਵਿੱਚ ਕੀ ਆ ਜਾਂਦਾ ਆਪਣੇ ਕੋਲ? ਇਸ ਦੇ ਵਿੱਚ ਕੀ ਕਰਦੇ ਹਾਂ, even though the sun affects all ocean activities, tides are driven primarily by the gravitation pull. ਸਾਨੂੰ ਪਤਾ ਨਾ ਕਿ ਅਰਥ ਤੇ ਜਿਹੜੇ ਮੂਨ ਦੇ ਇਨ ਬਿਟਵੀਨ ਜਿਹੜੀ ਗ੍ਰੈਵੀਟੇਸ਼ਨ ਹੈ, ਗੁਰੂਤਵਾਕਰਸ਼ਣ ਜਿਹਨੂੰ ਕਹਿੰਦੇ ਹੈਗੇ, ਠੀਕ ਹੈ, ਖਿੱਚ ਹੈ, ਉਹ ਖਿੱਚ ਕੀ ਕਰਦੀ ਹੈਗੀ, ਜਿਹੜੀਆਂ ਟਾਈਡਸ ਹੈ ਉਹਨਾਂ ਨੂੰ ਪ੍ਰੋਡਿਊਸ ਕਰਦੀ ਹੈ, ਜਿਹੜੇ ਆਪਣੇ ਲਹਿਰਾਂ ਬਣਦੀਆਂ ਨੇ, ਠੀਕ ਹੈ। ਐਂਡ ਇਹ ਬਣਦੀਆਂ ਟਾਈਡਸ ਉਹਦੇ ਕਰਕੇ, ਜਿਹੜੀਆਂ ਲਹਿਰਾਂ ਬਣਦੀਆਂ, ਵੇਵਸ ਬਣਦੀਆਂ ਨੇ, ਉਹ ਬਣਦੀਆਂ ਨੇ ਹਵਾ ਕਰਕੇ, ਠੀਕ ਹੈ। ਸੋ ਇੱਕ ਡੈਮ ਬਣਾ ਲਿਆ ਜਾਂਦਾ, ਲੈਟਸ ਸੇ ਜਿਵੇਂ ਡੈਮ ਬਣਦਾ ਹੈਗਾ, ਤਾਂ ਜਿਹੜੀ ਟਾਈਡਲ ਐਨਰਜੀ ਹੈ ਅਤੇ ਜਿਹੜੀ ਇਹ ਵੇਵਸ ਨੇ ਇਹਨਾਂ ਨੂੰ ਅਸੀਂ ਕੀ ਕਰਦੇ ਹਾਂਗੇ, ਟਰਬਾਈਨਸ ਦੇ ਉੱਪਰ ਅਸੀਂ ਇਹਨਾਂ ਨੂੰ ਫੋਰਸਫੁਲੀ ਫਾਲ ਕਰਾਉਂਦੇ ਹਾਂ। ਇਹ ਟਰਬਾਈਨਸ ਦੇ ਉੱਪਰ ਫੋਰਸਫੁਲੀ ਡਿੱਗਦੀਆਂ ਨੇ, ਜਿੰਨੀ ਫੋਰਸ ਨਾਲ ਡਿੱਗਦੀਆਂ ਨੇ ਉਨੀ ਫੋਰਸ ਨਾਲ ਟਰਬਾਈਨ ਘੁੰਮਦੀ ਹੈ, ਅਤੇ ਜਦੋਂ ਘੁੰਮਦੀ ਹੈ ਤਾਂ ਫਿਰ ਇਹ ਕੀ ਕਰਦੀ ਹੈ, ਜਨਰੇਟਰ ਨੂੰ ਐਕਟੀਵੇਟ ਕਰ ਦਿੰਦੀ ਹੈ।
ਸੋ ਇਹ ਆਪਣੇ ਕੋਲ ਦੋ ਤਰ੍ਹਾਂ ਦੀਆਂ ਐਨਰਜੀਜ਼ ਨੇ, ਦ ਵਨ ਇਜ਼ ਥਰਮਲ ਐਨਰਜੀ ਐਂਡ ਦ ਅਦਰ ਵਨ ਇਜ਼ ਯੂਅਰ ਮਕੈਨੀਕਲ ਐਨਰਜੀ। ठीक है, सो आई होप दिस इज क्लियर टू एवरीवन। ठीक है, आफ्टर दैट वी विल डिस्कस दिस। तो सब तो पहला मैनू इसके डाउट्स दसो जी अगर इस डाउट है जी स्टूडेंट्स, क्लियर है? ठीक है, सो दो तरह की एनर्जीज ने, एक थर्मल एनर्जी है एंड एक मैकेनिकल एनर्जी है। थर्मल एनर्जी कम करेगी ਤੁਹਾਡੇ ਜਦੋਂ सन हीट करता वाटर ਨੂੰ ਤਾਂ ਸਰਫੇਸ ਵਾਲਾ ਵਾਟਰ ਹੈ ਜਿਹੜਾ ਉੱਪਰ ਹੈ ਉਹ ਜ਼ਿਆਦਾ ਹੀਟ ਹੋ ਜਾਂਦਾ, ਅੰਦਰ ਵਾਲੇ ਤੱਕ ਹੀਟ ਪਹੁੰਚਦੀ ਨਹੀਂ, ਜਿਸ ਕਰਕੇ ਦੋਨਾਂ ਦੇ ਵਿਚਾਲੇ ਟੈਂਪਰੇਚਰ ਦਾ ਡਿਫਰੈਂਸ ਹੋ ਜਾਂਦਾ ਐਂਡ ਇਸੇ ਡਿਫਰੈਂਸ ਦੇ ਵਿੱਚ એનર્ਜੀ ਸਟੋਰ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਥਰਮਲ એનર્ਜੀ। ਓਕੇ, ਠੀਕ ਹੈ। ਤਿੰਨ ਤਰ੍ਹਾਂ ਦੇ ਇਲੈਕਟ੍ਰਿਸਿਟੀ ਕਨਵਰਜਨ ਸਿਸਟਮਸ ਜਿਹੜੇ ਦੇਖੇ ਆਪਾਂ, ਕਲੋਜ਼ਡ, ਓਪਨ ਤੇ ਹਾਈਬ੍ਰਿਡ। ਕਲੋਜ਼ ਦੇ ਕੇਸ ਦੇ ਵਿੱਚ ਕੀ ਕਰਦੇ ਹਾਂ ਕਿ ਅਸੀਂ ਇੱਕ ਐਕਸਟਰਾ ਫਲੂਇਡ ਦੀ ਹੈਲਪ ਲੈਂਦੇ ਹਾਂ ਜਿਸ ਦਾ ਬੋਇਲਿੰਗ ਪੁਆਇੰਟ ਘੱਟ ਹੁੰਦਾ। ਠੀਕ ਹੈ, ਸੋ ਜਦੋਂ ਬੋਇਲਿੰਗ ਪੁਆਇੰਟ ਘੱਟ ਹੈ ਦੈਟ ਮੀਨਸ ਉਹ ਬਹੁਤ ਜਲਦੀ ਭਾਫ ਬਣ ਜਾਏਗਾ। तो जो अगर काफ़ी जल्दी भाफ बनेगा तो दैट मीनस ਉਹਦੀ ਜਿਹੜੀ ਭਾਫ ਬਣ ਰਹੀ ਹੈ ਉਹ ਭਾਫ ਕੀ ਕਰਾਂਗੇ ਆਪਾਂ ਯੂਜ਼ ਕਰਾਂਗੇ ਟੂ ਰੋਟੇਟ ਦ ਟਰਬਾਈਨਸ। ਐਂਡ ਸੇਮ ਵਾਈਜ਼ ਅਗਰ ਜਿਹੜਾ ਆਪਣਾ ਓਪਨ ਸਿਸਟਮ ਹੈ ਉਸ ਕੇਸ ਦੇ ਵਿੱਚ ਆਪਾਂ ਕੀ ਕਰਾਂਗੇ, ਉਸ ਕੇਸ ਦੇ ਵਿੱਚ ਅਸੀਂ ਕੋਈ ਐਕਸਟਰਾ ਇੱਦਾਂ ਦੀ ਹੈਲਪ ਨਹੀਂ ਲੈ ਰਹੇ ਹੈਗੇ। ਠੀਕ ਹੈ, ਉੱਥੇ ਸਾਨੂੰ ਸਿੰਪਲੀ ਜਿਹੜਾ ਸਾਡਾ ਪ੍ਰੈਸ਼ਰ ਜਿਹੜਾ ਲੋ ਪ੍ਰੈਸ਼ਰ ਤੇ ਸਾਡੇ ਕੋਲ ਜਿਹੜੀ ਭਾਫ ਬਣ ਰਹੀ ਹੈ ਪਾਣੀ ਦੇ ਥਰੂ ਉਸੇ ਨੂੰ ਅਸੀਂ ਯੂਜ਼ ਕਰਕੇ ਕੀ ਕਰ ਰਹੇ ਹਾਂਗੇ, ਜਨਰੇਟਰ ਰੋਟੇਟ ਕਰ ਰਹੇ ਹਾਂ। ਹਾਈਬ੍ਰਿਡ ਦੇ ਵਿੱਚ ਦੋਨਾਂ ਦਾ ਕੰਬੀਨੇਸ਼ਨ ਲੈ ਸਕਦੇ। ਠੀਕ ਹੈ, ਸੋ ਮਕੈਨੀਕਲ ਦੇ ਵਿੱਚ ਆਪਾਂ ਦੁਬਾਰਾ ਗੱਲ ਕਰ ਲਈ ਸੀ, ਟਾਈਡਸ ਐਂਡ ਵੇਵਸ ਦਾ ਕਨਸੈਪਟ ਹੁੰਦਾ। ਇਹ ਜਦੋਂ ਕਾਫੀ ਡਿਸਟੈਂਸ ਤੋਂ ਟਰਬਾਈਨਸ ਦੇ ਉੱਪਰ ਪੈਂਦੀਆਂ ਨੇ, ਠੀਕ ਹੈ, ਫਾਲ ਕਰਦੀਆਂ ਨੇ ਤਾਂ ਉਹ ਜਿਹੜੇ ਤੁਹਾਡੇ ਟਰਬਾਈਨਸ ਨੇ ਉਹ ਘੁੰਮਦੀਆਂ ਨੇ, ਘੁੰਮਣ ਕਰਕੇ ਫਿਰ ਤੁਹਾਡੇ ਕੋਲ ਕੀ ਹੁੰਦਾ ਇੱਥੇ ਜਨਰੇਟਿੰਗ ਹੁੰਦੀ ਹੈ, ਇਲੈਕਟ੍ਰਿਸਿਟੀ ਜਨਰੇਟ ਹੁੰਦੀ ਹੈ। ਠੀਕ ਹੈ, ਸੋ ਨੈਕਸਟ ਜੋ ਹੈ ਟਾਈਡਲ એનર્ਜੀ। ਦੇਖੋ ਟਾਈਡਲ એનર્ਜੀ ਆਪਾਂ ਇੱਕ ਵਾਰ ਤਾਂ ਥੋੜ੍ਹਾ ਜਿਹਾ ਦੇਖ ਲਿਆ, ਥੋੜ੍ਹਾ ਜਿਹਾ ਹੋਰ ਇਹਨੂੰ ਬਰੀਫ 'ਚ ਦੇਖ ਲੈਂਦੇ ਹਾਂ ਕਿ ਟਾਈਡਲ એનર્ਜੀ ਦਾ ਕੀ ਰੋਲ ਹੈ। ਸੋ ਟਾਈਡਲ એનર્ਜੀ ਦੀ ਅਗਰ ਗੱਲ ਕਰੀਏ, ਟਾਈਡਸ ਇਨ ਦ ਸੀ ਆਰ ਦ ਰਿਜ਼ਲਟ ਆਫ ਦ ਯੂਨੀਵਰਸਲ ਗ੍ਰੈਵੀਟੇਸ਼ਨ ਇਫੈਕਟ ਆਫ ਦ ਹੈਵਨਲੀ ਬੋਡੀਜ਼ ਲਾਈਕ ਸਨ ਐਂਡ ਦ ਮੂਨ ਔਨ ਦ ਅਰਥ। ਜਿਹੜੇ ਟਾਈਡਸ ਬਣਦੇ ਨੇ ਜਿਨ੍ਹਾਂ ਨੂੰ ਜਵਾਰ ਭਾਟੇ ਕਿਹਾ ਜਾਂਦਾ, ਠੀਕ ਹੈ, ਉਹ ਬਣਦੇ ਨੇ ਗ੍ਰੈਵੀਟੇਸ਼ਨਲ ਫੋਰਸ ਕਰਕੇ, ਜਿਹੜੀ ਅਰਥ ਤੇ ਜਿਵੇਂ ਮੂਨ ਦੇ ਵਿਚਕਾਰ ਹੈ ਜਾਂ ਅਰਥ ਤੇ ਸਨ ਦੇ ਬਿਟਵੀਨ ਹੈ, ਇਹਨਾਂ ਦੀ ਜਿਹੜੀ ਗ੍ਰੈਵੀਟੇਸ਼ਨ ਫੋਰਸ ਹੈ ਉਹ ਇਹ ਟਾਈਡਸ ਨੂੰ ਕੀ ਕਰਦੀਆਂ ਨੇ, ਮਤਲਬ ਕੀ ਕਰਦੀਆਂ ਨੇ, ਇਹਨਾਂ ਨੂੰ ਪ੍ਰੋਡਿਊਸ ਕਰਦੀਆਂ ਨੇ। So due to the fluidity of the water mass, the effect of this force becomes apparent in the motion water, which shows a periodic rise and fall in the level, which is in synthesis with the daily cycle of rising and setting of the sun and the moon। ਰੋਜ਼ ਜਿਹੜਾ ਤੁਹਾਡਾ ਸੂਰਜ ਉਗਦਾ ਹੈ, ਠੀਕ ਹੈ, ਤੇ ਛਿਪਦਾ ਹੈ, ਠੀਕ ਹੈ, ਤੇ ਸੇਮ ਵਾਈਜ਼ ਚੰਦਰਮਾ ਤੁਹਾਡੇ ਕੋਲ ਵਿਜ਼ੀਬਲ ਹੁੰਦਾ ਹੈ, ਤਾਂ ਇਸ ਸਾਈਕਲ ਦੇ ਨਾਲ ਨਾ ਕਿਉਂਕਿ ਪਾਣੀ ਜਿਹੜਾ ਹੈਗਾ ਉਹ ਫਲੋ ਕਰਦਾ, ਫਲੂਇਡਿਟੀ ਹੈ ਨਾ ਉਹਦੀ, ਉਹਦੇ 'ਚ ਫਲੋ ਕਰਨ ਦੀ ਕੈਪੈਸਿਟੀ ਹੈ। ਸੋ ਇਹ ਜਿਹੜਾ ਹੈ ਕਿ ਇਹ ਇਹਨਾਂ ਦੁਆਰਾ ਗ੍ਰੈਵੀਟੇਸ਼ਨ ਦੇ ਨਾਲ ਖਿੱਚਿਆ ਜਾਂਦਾ। ਠੀਕ ਹੈ, ਸੋ ਇਸ ਕਰਕੇ ਇਹ ਵੀ ਕੀ ਹੈ, ਇਹਦੀ ਨਾ ਮੂਵਮੈਂਟ ਹੁੰਦੀ ਹੈ। ਸੋ ਮੂਵਮੈਂਟ ਆਈ ਨਹੀਂ ਹੈਗੀ, ਇਹ ਮੂਵਮੈਂਟ ਦਾ ਵੀ ਨਾ ਟਾਈਮਿੰਗਸ ਹੁੰਦੀਆਂ ਨੇ, ਲਾਈਕ ਕੁਛ ਟਾਈਮਸ ਹੁੰਦੇ, ਕੁਛ ਡਿਊਰੇਸ਼ਨਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਮੂਵਮੈਂਟ ਹੁੰਦੀ ਹੈ। ਸੋ ਦ ਪੀਰੀਓਡਿਕ ਰਾਈਜ਼ ਐਂਡ ਦ ਫਾਲ ਆਫ ਦ ਵਾਟਰ ਆਫ ਦ ਲੈਵਲ ਆਫ ਦ ਸੀ ਇਜ਼ ਕਾਲਡ ਟਾਈਡ। ਸੋ ਪੀਰੀਓਡਿਕ ਮਤਲਬ ਕੀ ਹੈ, ਪੀਰੀਓਡਿਕ ਮਤਲਬ ਹੋ ਗਿਆ ਟਾਈਮਲੀ, ਕੋਈ ਵੀ ਟਾਈਮ ਹੋ ਸਕਦਾ। ਠੀਕ ਹੈ, ਸੋ ਪੀਰੀਓਡਿਕ ਰਾਈਜ਼ ਐਂਡ ਫਾਲ ਆਫ ਦ ਵਾਟਰ ਲੈਵਲ, ਕੁਛ ਪਰਟੀਕੂਲਰ ਪੀਰੀਅਡ ਬਾਅਦ ਜਦੋਂ ਪਾਣੀ ਦਾ ਲੈਵਲ ਵੱਧਦਾ ਜਾਂ ਘਟਦਾ ਹੈ, ਠੀਕ ਹੈ, ਫਾਲ ਜਾਂ ਰਾਈਜ਼ ਕਰਦਾ ਹੈ, ਤਾਂ ਇਸ ਨੂੰ ਅਸੀਂ ਟਾਈਡਸ ਕਹਿੰਦੇ ਹਾਂ। ਦ ਟਾਈਡਸ ਕੈਨ ਬੀ ਯੂਜ਼ ਟੂ ਪ੍ਰੋਡਿਊਸ ਦ ਇਲੈਕਟ੍ਰਿਕ ਪਾਵਰ ਵਿਚ ਇਜ਼ ਨੋਨ ਐਜ਼ ਦ ਟਾਈਡਲ ਪਾਵਰ। ਇਸ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਬਿਜਲੀ ਪ੍ਰੋਡਿਊਸ ਕਰਨ ਦੇ ਲਈ, ਜਿਸ ਨੂੰ ਅਸੀਂ ਟਾਈਡਲ ਪਾਵਰ ਕਹਿੰਦੇ ਹਾਂ। ਜਦੋਂ ਵਾਟਰ ਸੀ ਲੈਵਲ ਤੋਂ ਜ਼ਿਆਦਾ ਹੋ ਜਾਂਦਾ ਤਾਂ ਇਟ ਇਜ਼ ਕਾਲਡ ਅ ਫਲੱਡ ਟਾਈਡ, ਜਦੋਂ ਘੱਟ ਹੋ ਜਾਂਦਾ ਤਾਂ ਉਸ ਨੂੰ ਅਸੀਂ ਐਬ ਟਾਈਡ ਕਹਿੰਦੇ ਹਾਂ। ਠੀਕ ਹੈ, ਸੋ ਮਤਲਬ ਜਦੋਂ ਤਾਂ ਲੈਵਲ ਤੋਂ ਵੱਧ ਗਿਆ ਤਾਂ ਉਹਨੂੰ ਫਲੱਡ ਟਾਈਡ ਕਹਿੰਦੇ ਆ, ਅਤੇ ਆਹ ਦੇਖੋ ਫਲੱਡ ਟਾਈਡ, ਐਂਡ ਜਦੋਂ ਉਹ ਘਟ ਜਾਂਦਾ ਤਾਂ ਉਸਨੂੰ ਕੀ ਕਹਿੰਦੇ ਆ, ਐਬ ਟਾਈਡ। ਤਾਂ ਇਸੇ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਡੈਮ ਬਣਾ ਕੇ। ਉਦੋਂ ਬਾਅਦ ਅਸੀਂ ਕੀ ਕਰਦੇ ਹਾਂ, ਜਿਹੜੇ ਸਾਡੇ ਡੈਮ ਦੇ ਗੇਟਸ ਹੁੰਦੇ ਨੇ ਅਸੀਂ ਉਸੇ ਅਕੋਰਡਿੰਗਲੀ ਇਸ ਨੂੰ ਓਪਨ ਕਰਦੇ ਹਾਂ। ਠੀਕ ਹੈ, ਸੋ ਜਦੋਂ ਇਸ ਨੂੰ ਓਪਨ ਕਰਦੇ ਹਾਂ ਤਾਂ ਓਪਨ ਕਰਨ ਦੇ ਦੌਰਾਨ ਸਿੰਪਲੀ ਕੀ ਹੁੰਦਾ, it will have large gates in it and also low hydraulic reversible turbines are installed in it।
A tidal basin is formed which gets separated from the sea by the dam. ਦੇਖੋ ਥੱਲੇ ਕੀ ਹੁੰਦੀ ਹੈ, ਸਾਡੇ ਕੋਲ ਜ਼ਮੀਨ ਹੁੰਦੀ ਹੈ, ਉਹਨੂੰ ਬੇਸਿਨ ਕਹਿ ਦਿੰਦੇ ਆ, ਠੀਕ ਹੈ। ਉਸ ਤੋਂ ਬਾਅਦ ਡੈਮ ਹੁੰਦਾ, ਡੈਮ ਤੋਂ ਪਰਲੀ ਸਾਈਡ ਤੇ ਕੀ ਹੁੰਦੀ ਹੈ, ਸਾਡਾ ਸਮੁੰਦਰ ਹੈ, ਠੀਕ ਹੈ। ਈਵਨ ਸਮੁੰਦਰ ਹੈ ਜਾਂ ਕਾਫੀ ਲਾਰਜ ਬੋਡੀਜ਼ ਨੇ, ਵਾਟਰ ਬੋਡੀਜ਼। ਸੋ ਜਿਹੜਾ ਇਹ ਪਾਣੀ ਦਾ ਡਿਫਰੈਂਸ ਹੈ ਦੋਨਾਂ ਦੇ ਵਿੱਚ ਵੀ, ਸੋ ਉਹਨੂੰ ਕੀ ਕਰਦੇ ਆ, ਹਾਈ ਟਾਈਡ ਤੇ ਲੋ ਟਾਈਡ ਦੇ ਦੌਰਾਨ ਇਸ ਨੂੰ ਮੈਨੇਜ ਕਰਕੇ ਪਾਣੀ ਦਾ ਫਲੋ ਛੱਡਿਆ ਜਾਂਦਾ ਜਾਂ ਰੋਕਿਆ ਜਾਂਦਾ। ਸੇ ਉਸ ਛੱਡਣ ਤੇ ਰੋਕਣ ਦੇ ਵਿੱਚ ਜਿਹੜੀਆਂ ਟਰਬਾਈਨਸ ਅਸੀਂ ਇੰਸਟਾਲ ਕੀਤੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਪਾਣੀ ਡਿੱਗਦਾ, ਜਿਸ ਕਰਕੇ ਡਿੱਗਣ ਕਰਕੇ ਜਿਹੜਾ ਤੁਹਾਡੇ ਟਰਬਾਈਨਸ ਨੇ ਉਹ ਘੁੰਮਦੀਆਂ ਨੇ। ਸੋ ਉਹਨਾਂ ਦੇ ਰੋਟੇਟ ਹੋਣ ਕਰਕੇ ਹੀ ਤੁਹਾਡੇ ਕੋਲ ਐਕਚੁਅਲ ਇਲੈਕਟ੍ਰੀਸਿਟੀ ਪ੍ਰੋਡਿਊਸ ਹੁੰਦੀ ਹੈ, ਠੀਕ ਹੋ ਗਿਆ। ਸੋ ਦੈਟ ਇਜ਼ ਦ ਰੋਲ ਆਫ ਟਾਈਡਲ ਐਨਰਜੀ। I hope this is clear to everyone. Then next is your geothermal energy। ਇਹ ਵੀ ਆਪਾਂ ਇਹੀ ਦੇਖ ਲਈਏ। geothermal energy ਸਿੰਪਲ ਇੰਨਾ ਸਮਝ ਲਓ ਕਿ ਜਦੋਂ ਤੁਸੀਂ ਜਿਹੜੀ ਤੁਹਾਡੀ ਅਰਥ ਹੈ, ਠੀਕ ਹੈ, ਕਿਉਂਕਿ ਅਰਥ ਦੇ ਵਿੱਚ ਆਪਣੇ ਕੋਲ ਕੋਰ ਹੈ, ਪੜ੍ਹਦੇ ਹਾਂ ਅਰਥ ਦੀ ਸਟੱਡੀ ਪੜ੍ਹਦੇ ਹਾਂ ਤਾਂ ਅਰਥ ਦੇ ਆਪਾਂ ਨੂੰ ਪਤਾ ਹੈ ਕਿ ਅਰਥ ਦੇ ਜਿਹੜੀ ਬਿਲਕੁਲ ਅੰਦਰਲੀ ਕੋਰ ਹੈ ਉਹ ਕੀ ਹੈ, ਉਹ ਪਿਘਲੀ ਹੋਈ ਹੈ, ਮੋਲਟਨ ਹੈ। The stream and the hot water come naturally to the surface of the earth in some location of the earth। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਤੁਸੀਂ ਮਨੀਕਰਨ ਸਾਹਿਬ ਦੇਖਿਆ ਹੋ ਸ਼ਾਇਦ, ਜਿਹੜਾ ਉੱਥੇ ਖਾਣਾ ਗਾ ਜਨਰਲੀ ਉਹ ਭਾਫ ਨਾਲ ਬਣਦਾ ਹੈਗਾ, ਠੀਕ ਹੈ। ਜਿਵੇਂ ਪੋਟਲੀ ਦੇ ਵਿੱਚ ਨਾ ਚਣੇ ਪਾ ਕੇ ਰੱਖ ਦਿੰਦੇ ਆ ਅਤੇ ਉਹ ਮਤਲਬ ਬੋਇਲ ਹੋ ਕੇ ਸਰਫੇਸ 'ਤੇ ਆ ਜਾਂਦੇ ਆ ਜਾਂ ਬੋਇਲ ਹੋ ਜਾਂਦੇ ਆ ਉਹ, ਫਿਰ ਉਹਨਾਂ ਨੂੰ ਕੰਜ਼ਿਊਮ ਕੀਤਾ ਜਾਂਦਾ ਹੈ ਨਾ। ਸੋ ਇਹ ਹੁੰਦੀ ਹੈ ਜੀਓਥਰਮਲ ਐਨਰਜੀ, ਯਾਨੀ ਅਰਥ ਦੇ ਵਿੱਚੋਂ ਨਾ ਨੈਚੁਰਲੀ ਭਾਫ ਨਿਕਲ ਰਹੀ ਹੈ, ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਜੀਓਥਰਮਲ ਐਨਰਜੀ, ਠੀਕ ਹੈ। ਸੋ 2 ways of electric power production from a geothermal energy has been suggested। In one of these, heat energy is transferred to a working fluid which operates the power cycle। This may be particularly useful at place of fresh volcanic activities where the molten interior mass of the earth vents to the surface through the fissure and substantially high temperatures like this can be found by embedding the coil of the pipes and sending water through them can be raised in the other the hot geothermal water। ਹਾਂਜੀ, ਹੁਣ ਇੱਕ ਦੇ ਵਿੱਚ ਕੀ ਕਰ ਸਕਦੇ ਆ, ਜਿਹੜੀ ਇਹ ਭਾਫ ਹੈ ਨਾ, ਇਹ ਭਾਫ ਨੂੰ ਅਸੀਂ ਕੀ ਕਰ ਸਕਦੇ ਹਾਂ, ਜਿਵੇਂ ਇੱਕ ਪਾਈਪ ਦੇ ਵਿੱਚੋਂ ਜਾਂ ਇੱਕ ਕੋਇਲ ਦੇ ਵਿੱਚੋਂ ਨਾ ਪਾਣੀ ਜਾ ਰਿਹਾ ਹੈਗਾ, ਤਾਂ ਇਹ ਭਾਫ ਉਸ ਪਾਣੀ ਨੂੰ ਹੀਟ ਕਰਨ ਦੇ ਲਈ ਕੰਮ ਆ ਸਕਦੀ ਹੈ। ਦੂਸਰਾ, ਇਸ ਜਿਹੜਾ ਜੀਓਥਰਮਲ ਵਾਟਰ ਹੈ ਇਹ ਜਾਂ ਸਟੀਮ ਹੈ, ਇਸ ਨੂੰ ਅਸੀਂ ਡਾਇਰੈਕਟਲੀ ਟਰਬਾਈਨਸ ਰੋਟੇਟ ਕਰਨ ਦੇ ਲਈ ਵੀ ਅਸੀਂ ਯੂਜ਼ ਕਰ ਸਕਦੇ ਹਾਂ। ਬਟ ਇਹ ਡਿਪੈਂਡ ਕਰਦਾ ਹੈ ਕਿ ਉਸ ਜਗ੍ਹਾ ਦੇ ਵਿੱਚ ਜਿਹੜੀ ਸਟੀਮ ਹੈ ਉਹਦੀ ਕਿੰਨੀ ਕੁ ਪਾਵਰ ਜਨਰੇਟ ਹੋ ਰਹੀ ਹੈ। ਜੇ ਤਾਂ ਬਹੁਤ ਘੱਟ ਜਨਰੇਟ ਹੋ ਰਹੀ ਹੈ ਫਿਰ ਤਾਂ ਤੁਸੀਂ ਬਹੁਤ ਛੋਟੀ ਕੋਈ ਟਰਬਾਈਨ ਜਾਂ ਕੋਈ ਇੱਦਾਂ ਦੀ ਮੋਟਰ ਹੀ ਰੋਟੇਟ ਕਰ ਪਾਓਗੇ, ਬਹੁਤ ਕੋਈ ਵੱਡੇ ਲੈਵਲ ਦੀ ਕੋਈ ਮੋਟਰ ਜਨਰੇਟ ਨਹੀਂ ਕਰ ਪਾਓਗੇ, ਠੀਕ ਹੈ, ਜਾਂ ਜਿਹਦੇ ਨਾਲ ਇਲੈਕਟ੍ਰੀਸਿਟੀ ਜਨਰੇਟ ਹੋ ਸਕੇ। ਓਕੇ, ਸੋ ਦੈਟਸ ਵਾਈ ਬਹੁਤ ਥੋੜ੍ਹਾ ਹੀ ਅਸੀਂ ਇਸ ਦਾ ਯੂਜ਼ ਕਰ ਪਾਏ ਹਾਂ। ਦੈਨ ਨੈਕਸਟ ਇਜ਼ ਹਾਈਡਰੋਜਨ ਐਨਰਜੀ ਐਂਡ ਫਿਊਲ ਸੈਲਸ। ਰੀਸੈਂਟ ਕੁਛ ਟਾਈਮ ਦੇ ਵਿੱਚ ਅਸੀਂ ਹਾਈਡਰੋਜਨ ਨੂੰ ਵੀ ਦੇਖ ਸਕੇ ਹਾਂ ਕਿ ਹਾਈਡਰੋਜਨ ਨੂੰ ਅਸੀਂ ਯੂਜ਼ ਕਰ ਲਾਂਗੇ ਐਜ਼ ਅ ਰਿਪਲੇਸਮੈਂਟ ਆਫ ਦਾ ਫੋਸਿਲ ਫਿਊਲਸ। ਕੁਛ ਸਿਗਨੀਫਿਕੈਂਟ ਪ੍ਰੋਗਰੈਸਿਸ ਵੀ ਕੀਤੀਆਂ ਨੇ ਇਸ ਦੇ ਵਿੱਚ, ਠੀਕ ਹੈ। ਹਾਈਡਰੋਜਨ ਦੀ ਕਾਫੀ ਐਨਰਜੀ ਕੰਟੈਂਟ ਹੈ, ਹਾਈਡਰੋਜਨ ਹੈਜ਼ ਅ ਹਾਈ ਐਨਰਜੀ ਕੰਟੈਂਟ। ਵੈਨ ਇਟ ਬਰਨਡ ਇਟ ਪ੍ਰੋਡਿਊਸਿਸ ਓਨਲੀ ਵਾਟਰ ਐਜ਼ ਅ ਬਾਈ ਪ੍ਰੋਡਕਟ। ਕਿਉਂਕਿ ਜਦੋਂ ਇਸ ਨੂੰ ਹੀਟ ਕਰਦੇ ਆ ਨਾ ਜਾਂ ਇਸ ਨੂੰ ਮਤਲਬ ਇਹ ਜਿਸ ਨੂੰ ਜਲਾਇਆ ਜਾਂਦਾ ਹੈਗਾ ਤਾਂ ਸਿਰਫ ਇਹ ਪਾਣੀ ਹੀ ਬਾਈ ਪ੍ਰੋਡਕਟ ਪ੍ਰੋਡਿਊਸ ਕਰਦਾ, ਜਿਹੜਾ ਕਿ ਨਾ ਤਾਂ ਇਨਵਾਇਰਮੈਂਟ ਨੂੰ ਕੋਈ ਹਾਰਮ ਪਹੁੰਚਾਉਂਦਾ ਹੈ ਨਾ, ਕੋਈ ਨੁਕਸਾਨ ਕਰਦਾ ਹੈਗਾ। ਸੋ ਦੈਟਸ ਵਾਈ ਇਟ ਇਜ਼ ਇਨਵਾਇਰਮੈਂਟਲ ਫਰੈਂਡਲੀ ਆਲਸੋ। At present, hydrogen is available as a byproduct from several chemical processes, plants or industries। Currently, hydrogen ਜਿਹੜਾ ਸਾਡੇ ਕੋਲ ਹੈ ਉਸ ਨੂੰ ਅਸੀਂ ਬਾਈ ਪ੍ਰੋਡਕਟ ਲੈਂਦੇ ਹਾਂ। ਬਾਈ ਪ੍ਰੋਡਕਟ ਮਤਲਬ ਕਈ ਜਿਹੜੇ ਸਾਡੇ ਕੋਲ ਇੰਡਸਟਰੀ ਦੇ ਵਿੱਚ ਜਾਂ ਪ੍ਰੋਸੈਸਿਸ ਹੁੰਦੇ ਨੇ, ਠੀਕ ਹੈ, ਕੈਮੀਕਲ ਪ੍ਰੋਸੈਸਿਸ ਹੁੰਦੇ ਨੇ, ਉਹਨਾਂ ਦੇ ਵਿੱਚੋਂ ਹਾਈਡਰੋਜਨ ਐਜ਼ ਅ ਬਾਈ ਪ੍ਰੋਡਕਟ ਨਿਕਲਦਾ, ਯਾਨੀ ਐਕਸਟਰਾ ਪ੍ਰੋਡਕਟ ਨਿਕਲਦਾ, ਠੀਕ ਹੈ। ਬਟ ਧਿਆਨ ਰੱਖਿਓ ਕਿ ਹਾਈਡਰੋਜਨ ਜਿਹੜੀ ਹੈ, ਹਾਈਡਰੋਜਨ ਇਜ਼ ਯੂਜ਼ਡ ਫॉर ਫਿਊਜ਼ਨ। ਸਨ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਾ, ਜਿਹੜੀ ਸਨ ਦੇ ਵਿੱਚ ਐਨਰਜੀ ਪ੍ਰੋਡਿਊਸ ਹੁੰਦੀ ਹੈ ਦੈਟ ਇਜ਼ ਡਿਊ ਟੂ ਫਿਊਜ਼ਨ। 2 ਹਾਈਡਰੋਜਨ ਦੇ ਐਲੀਮੈਂਟਸ ਜੁਆਇਨ ਹੁੰਦੇ ਆ ਉੱਥੇ। ਸੋ ਖਤਰਨਾਕ ਬਹੁਤ ਹੈ ਇਹ, ਠੀਕ ਹੈ ਨਾ, ਫਿਊਜ਼ਨ ਕੈਪੈਸਿਟੀ ਰੱਖਦੀ ਹੈ ਇਹ, ਸੋ ਜਿਸ ਕਰਕੇ ਇਸ ਦੀ ਐਨਰਜੀ ਨੂੰ ਕੰਟਰੋਲ ਕਰ ਪਾਉਣਾ ਬਹੁਤ ਹੀ ਮੁਸ਼ਕਿਲ ਹੈ। ਸੋ ਇਸ ਦੇ ਰਿਲੇਟਡ ਸਾਨੂੰ ਸਟੱਡੀ ਥੋੜ੍ਹੀ ਜਿਹੀ ਕਰਨੀ ਪੈਣੀ ਹੈ, ਤਾਂ ਹੀ ਅਸੀਂ ਹਾਈਡਰੋਜਨ ਨੂੰ ਐਜ਼ ਅ ਐਨਰਜੀ ਫਿਊਲ ਯੂਜ਼ ਕਰ ਸਕਾਂਗੇ। ਐਂਡ ਦ ਲਾਸਟ ਇਨ ਦਿਸ ਕੇਸ ਇਜ਼ ਯੂਰ ਬਾਇਓਡੀਜ਼ਲ। ਸੋ ਬਾਇਓਡੀਜ਼ਲ ਕੀ ਹੈ? Because of the oil embargo and rapidly escalating prices of diesel fuels, interest on the plant oil as alternative fuels re-emerged।
ਪਲਾਂਟਸ ਤੋਂ ਜਿਹੜਾ ਤੇਲ ਕੱਢਿਆ ਜਾਂਦਾ ਹੈਗਾ ਉਸ ਨੂੰ ਬੇਸਿਕਲੀ ਅਸੀਂ ਯੂਜ਼ ਕਰਕੇ ਕਹਿੰਦੇ ਆ ਬਾਇਓਫਿਊਲਸ। ਸੋ ਪਲਾਂਟ ਐਂਡ ਐਨੀਮਲ ਆਇਲ generally considered substitute for diesel fuel are composed mainly of triglycerides which are branched molecules having approximately 3 times the molecular weight of typically diesel fuel components। ਇੰਨੀ ਡਿਟੇਲਸ ਤੁਹਾਨੂੰ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਜਸਟ ਸਿੰਪਲੀ ਕਿ ਪਲਾਂਟ ਐਂਡ ਐਨੀਮਲ ਆਇਲ ਨੂੰ ਅਸੀਂ ਯੂਜ਼ ਕਰ ਸਕੀਏ ਐਜ਼ ਅ ਫਿਊਲ, ਉਸ ਨੂੰ ਕਿਹਾ ਜਾਂਦਾ ਬਾਇਓਡੀਜ਼ਲ। ਠੀਕ ਹੈ। ਬਾਇਓਡੀਜ਼ਲ ਇੱਕ ਵੈਜੀਟੇਬਲ ਆਇਲ ਦੀ ਤਰ੍ਹਾਂ ਹੀ ਹੁੰਦਾ ਹੈ ਜੋ ਕਿ ਡੀਜ਼ਲ ਫਿਊਲ ਨੂੰ ਰਿਜ਼ੈਂਬਲ ਕਰਦਾ, ਡੀਜ਼ਲ ਫਿਊਲ ਦੀ ਤਰ੍ਹਾਂ ਕੰਮ ਕਰਦਾ। ਐਡਵਾਂਟੇਜਸ ਕੀ ਨੇ? ਇਨਵਾਇਰਮੈਂਟਲ ਫਰੈਂਡਲੀ ਹੈ, ਕਲੀਨ ਬਰਨਿੰਗ ਹੈ, ਕੋਈ ਰੈਜ਼ੀਡਿਊ ਨਹੀਂ ਛੱਡਦਾ, ਕੋਈ ਪਿੱਛੇ ਮਟੀਰੀਅਲ ਨਹੀਂ ਛੱਡਦਾ, ਰੀਨਿਊਏਬਲ ਹੈ, ਦੁਬਾਰਾ ਯੂਜ਼ ਕਰ ਸਕਦੇ ਹਾਂ, ਪ੍ਰੋਡਿਊਸ ਕਰ ਸਕਦੇ ਹਾਂ, ਕੋਈ ਮੋਡੀਫਿਕੇਸ਼ਨ ਨਹੀਂ ਰਿਕੁਆਇਰਮੈਂਟ, ਇਨਕਰੀਜ਼ ਦਾ ਇੰਜਨ ਲਾਈਫ। ਤੁਸੀਂ ਦੇਖਿਆ ਹੋਊਗਾ ਨਾ ਅੱਜ ਕੱਲ੍ਹ ਜਿੰਨੇ ਵੀ ਗੱਡੀਆਂ ਦੇ ਇੰਜਨ ਬਣਦੇ ਆ, ਪਹਿਲਾਂ BS1, ਫਿਰ BS2, ਫਿਰ BS3, ਫਿਰ BS4, ਇੱਦਾਂ ਦਾ ਕਰਕੇ ਨਾ ਸੀਰੀਜ਼ ਚੱਲਦੀਆਂ ਅਲੱਗ-ਅਲੱਗ। ਉਹ 'ਚ ਇੰਜਨ ਜਿਵੇਂ ਜਿਵੇਂ ਤੇਲ ਇੰਪਰੂਵ ਹੋ ਰਿਹਾ ਜਾਂ ਤੇਲ ਦੀ ਕੈਟਾਗਰੀ ਹੋਰ ਆ ਰਹੀ ਹੈ, ਇੰਪਰੂਵਡ ਹੋ ਰਿਹਾ ਹੈਗਾ, ਤਾਂ ਉਦੋਂ ਦਾ ਇੰਜਨ ਨੂੰ ਵੀ ਇੰਪਰੂਵਮੈਂਟ ਦੀ ਆਪਾਂ ਨੂੰ ਲੋੜ ਪੈਂਦੀ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਈਜ਼ੀ ਟੂ ਹੈਂਡਲ ਐਂਡ ਸਟੋਰ। ਦੈਨ ਰॉ ਮਟੀਰੀਅਲ ਕੀ ਕੀ ਹੋ ਸਕਦਾ ਇਸ ਦੇ ਲਈ? ਇੱਕ ਤਾਂ ਹੋ ਸਕਦਾ ਰੇਪ ਸੀਡ। ਠੀਕ ਹੈ, ਇਹ ਵੀ ਇੱਕ ਹੈਗਾ ਆਪਣੇ ਕੋਲ, ਸੀਡ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ, ਤਾਂ ਉਹ ਮੇਜਰ ਸੋਰਸ ਹੈ ਇਹ 80% ਤੋਂ ਜ਼ਿਆਦਾ। ਸਨਫਲਾਵਰ ਆਇਲ, ਸੋਇਆਬੀਨ, ਪਾਮ ਆਇਲ, ਲਿਨ ਸੀਡ, ਕਾਟਨ ਸੀਡ ਐਂਡ ਨੋਨ ਐਡੀਬਲ ਆਇਲਸ। ਠੀਕ ਹੈ। ਸੋ ਇੰਨੇ ਤਰ੍ਹਾਂ ਦੀਆਂ ਆਪਾਂ ਕੀ ਹੈ ਇੱਥੇ ਯੂਜ਼ ਕਰ ਸਕਦੇ ਹਾਂ, ਡਿਫਰੈਂਟ ਟਾਈਪ ਦੇ ਸੀਡ ਆਇਲਸ ਆਪਾਂ ਯੂਜ਼ ਕਰ ਸਕਦੇ ਹਾਂ ਬਾਇਓਡੀਜ਼ਲ ਦੇ ਲਈ। ਸੋ ਆਈ ਹੋਪ ਐਵਰੀ ਥਿੰਗ ਇਜ਼ ਕਲੀਅਰ ਟੂ ਯੂ ਰਾਈਟ ਨਾਓ। ਸੋ ਡਿਫਰੈਂਟ ਤਰ੍ਹਾਂ ਦੇ એનર્ਜੀ ਸੋਰਸਿਸ ਨੇ, ਤੁਸੀਂ ਇਹਨਾਂ ਨੂੰ ਆਪਣੀ ਲੈਂਗੁਏਜ 'ਚ ਲਿਖ ਸਕਦੇ ਹੋ, ਬਟ ਇੰਨਾ ਯਾਦ ਰੱਖਿਓ ਹਰ ਇੱਕ ਦੀ ਇੱਕ ਡੈਫੀਨੇਸ਼ਨ ਥੋੜ੍ਹੀ ਜਿਹੀ ਹੋ ਜਾਏ ਕਿ ਫਿਊਲ ਕੀ ਹੈ, ਕਿਸ ਵਾਸਤੇ ਕੰਮ ਕਰਦਾ ਹੈ, ਅਤੇ ਉਸਦੀਆਂ ਕੁਛ ਐਪਲੀਕੇਸ਼ਨ ਜਾਂ ਕੁਛ ਦੀਆਂ ਉਸਦੇ ਐਡਵਾਂਟੇਜ ਅਤੇ ਡਿਸਐਡਵਾਂਟੇਜਸ ਡਿਸਕਸ ਕਰ ਲਓ। So that is I think more than sufficient for you to cover the renewable energy sources. So with this your chapter is completed. ठीक है। सो अपना एक चैप्टर रह गया एनवायरनमेंट का, सो दैट वी विल कवर इन दिस वीक। तो उस तो बाद फिर आप जो अपने इंपॉर्टेंट क्वेश्चंस ने या कोई फिलअप ब्लैंक्स एवरीथिंग वो आप डिस्कस करांगे। सो फाइनली डाउट्स ले लेने, अगर कोई थोड़े डाउट्स हैगे ने ठीक है तो तुसी वो दस दो मैनू। हाँ जी स्टूडेंट्स, क्लीयर है? जी ਹਾਂਜੀ 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 ਹਾਂਜੀ। ਭਾਫ ਦੁਆਰਾ ਨੈਚੁਰਲੀ ਤੁਸੀਂ ਦੇਖਿਆ ਨਾ ਕਈ ਸਰਫੇਸ ਦੇ ਉੱਪਰੋਂ ਭਾਫ ਨਿਕਲਦੀ ਹੈਗੀ। ਠੀਕ ਹੈ ਨਾ। ਹਾਂ, ਉਹ ਜਿਹੜੀ ਜਿਹੜੀ ਭਾਫ ਨਿਕਲਦੀ ਹੈਗੀ ਉਹ ਬੇਸਿਕਲੀ ਉਸ ਨੂੰ ਆਪਾਂ ਜੀਓਥਰਮਲ ਐਨਰਜੀ ਕਹਿੰਦੇ ਆ। ਖਾਸ ਕਰਨਾ ਇਹ ਉਹਨਾਂ ਜਗ੍ਹਾ ਤੇ ਹੁੰਦੀ ਹੈ ਜਿੱਥੇ ਜਾਂ ਤਾਂ ਕੋਈ ਵੋਲਕੈਨਿਕ ਐਕਟੀਵਿਟੀਜ਼ ਹੁੰਦੀਆਂ ਹੋਣ। ਵੋਲਕੈਨਿਕ ਐਕਟੀਵਿਟੀਜ਼, ਜਵਾਲਾਮੁਖੀ ਵਾਲੀਆਂ ਐਕਟੀਵਿਟੀਜ਼ ਉੱਥੇ ਹੁੰਦੀਆਂ ਨੇ ਰਾਜੇ ਜਿੱਥੇ ਨਾ ਸਰਫੇਸ ਬਹੁਤ ਜ਼ਿਆਦਾ ਗਰਮ ਹੈ। ਠੀਕ ਹੈ। ਜਿੱਥੇ ਸਰਫੇਸ ਗਰਮ ਰਹਿੰਦੀ ਹੈ, ਤੇ ਕਿਉਂਕਿ ਉੱਥੋਂ ਜਿਹੜੀ ਗਰਮ ਹੈ ਸਰਫੇਸ ਉਹ ਫਿਰ ਪ੍ਰੈਸ਼ਰ ਨਾਲ ਬਾਹਰ ਨਿਕਲਦੀ ਹੈ। ਪਰ ਪ੍ਰੈਸ਼ਰ ਇੰਨਾ ਨਹੀਂ ਹੁੰਦਾ ਜਿਹੜਾ ਕਿ ਤੁਸੀਂ ਕਿਸੇ ਬਹੁਤ ਵੱਡੇ ਸਾਈਜ਼ ਵਾਲੀ ਕੋਈ ਟਰਬਾਈਨ ਨੂੰ ਚਲਾ ਸਕੋ ਜਾਂ ਰੋਟੇਟ ਕਰ ਸਕੋ। ਠੀਕ ਹੈ। ਇਸ ਕਰਕੇ ਇਹਨੂੰ ਬਾਹਲੇ ਵੱਡੇ ਕੰਮਾਂ ਦੇ ਲਈ ਯੂਜ਼ ਨਹੀਂ ਕੀਤਾ ਜਾ ਸਕਦਾ, ਬਟ ਥੋੜੇ ਥੋੜੇ ਪਰਪਸ ਲਈ ਯੂਜ਼ ਕੀਤਾ ਜਾ ਸਕਦਾ। ਹੂੰ। ਨੋ ਇੰਜਨ ਮੋਡੀਫਿਕੇਸ਼ਨ। ਹਾਂ, ਨੋ ਇੰਜਨ ਮੋਡੀਫਿਕੇਸ਼ਨ ਕੀ ਸੀਗਾ, ਆਪਾਂ ਨਿਊਜ਼ 'ਚ ਨਾ ਕਈ ਵਾਰ ਦੇਖਿਆ ਹੈਗਾ ਵੀ ਜਿਹੜਾ ਸਾਡਾ ਜਿਹੜੇ ਸਾਡੇ ਨਵੇਂ ਇੰਜਨ ਆਉਂਦੇ ਨੇ ਨਾ ਉਹਨਾਂ ਦੇ ਵਿੱਚ ਨਾ ਟਾਈਪ ਦਿੱਤੀ ਹੁੰਦੀ ਹੈ BS4, BS5, BS6। ਠੀਕ ਹੈ। ਉਹ 'ਚ ਮੈਨਸ਼ਨ ਕੀਤਾ ਹੁੰਦਾ। ਉਹ BS5 BS6 ਕੀ ਚੀਜ਼ ਹੈ? ਉਹ ਇੰਜਨ ਹੈ ਤੇ ਉਹ 'ਚ ਦੱਸਿਆ ਜਾਂਦਾ ਵੀ ਇਸ ਇੰਜਨ 'ਚ ਕਿਸ ਟਾਈਪ ਦਾ ਫਿਊਲ ਚੱਲੂਗਾ। ਹੁਣ ਜਿਹੜੀਆਂ ਤੁਹਾਡੀਆਂ ਤੁਸੀਂ ਦੇਖਦੇ ਹੋ ਨਾ ਕਈ ਵਾਰ ਆਪਣੀਆਂ ਗੱਡੀਆਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਨੇ 2008-9 ਮਾਡਲ, ਉਹਨਾਂ ਨੂੰ ਬੈਨ ਕਰ ਦਿੰਦੇ ਆ ਵੀ ਇਹ ਬੈਨ ਨੇ ਗੱਡੀਆਂ ਵੀ, ਹਨਾ। ਉਹ ਇਸ ਕਰਕੇ ਬੈਨ ਕਰ ਦਿੰਦੇ ਆ ਕਿਉਂਕਿ ਜਿਹੜੇ ਤੁਹਾਡੇ ਆਇਲ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ ਜਾਂ ਤੁਹਾਡਾ ਨਵੀਆਂ ਗੱਡੀਆਂ ਨੇ ਉਹ ਉਸ ਤਰ੍ਹਾਂ ਦਾ ਜਿਹੜਾ ਇੰਜਨ ਹੈ, ਪੁਰਾਣਾ ਇੰਜਨ ਹੈ, ਉਹ ਧੂਆਂ ਸਮੋਕ ਜਾਂ ਕਹਿ ਲਓ ਕਿ ਜਿਹੜੀ ਰੈਜ਼ੀਡਿਊ ਨੇ ਉਹ ਜ਼ਿਆਦਾ ਪ੍ਰੋਡਿਊਸ ਕਰਨ ਲੱਗ ਜਾਂਦੇ ਆ। ਇਸ ਕਰਕੇ ਡੀਜ਼ਲ ਜਦੋਂ ਡੀਜ਼ਲ ਮੋਡੀਫਾਈ ਹੁੰਦਾ ਜਾਂ ਡੀਜ਼ਲ ਦੇ ਵਿੱਚ ਜੋ ਇੰਪਰੂਵਮੈਂਟ ਹੈ ਤਾਂ ਉਸ ਕਰਕੇ ਤੁਹਾਡੇ ਇੰਜਨਸ ਵੀ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਇੰਪਰੂਵਮੈਂਟ ਦੀ ਲੋੜ ਪੈਂਦੀ ਹੈ। ਠੀਕ ਹੈ। ਪਰ ਬਾਇਓਸੀਡ ਦੇ ਕੇਸ ਦੇ ਵਿੱਚ, ਹਾਂ ਬਾਇਓਡੀਜ਼ਲ ਦੇ ਵਿੱਚ ਇਹ ਹੈ ਕਿ ਬਾਇਓਡੀਜ਼ਲ ਦੇ ਵਿੱਚ ਇਦਾਂ ਦੀ ਕੋਈ ਮੋਡੀਫਿਕੇਸ਼ਨ ਦੀ ਲੋੜ ਨਹੀਂ ਹੈਗੀ। ਬਟ ਦੇਖੋ ਇਹੀ ਆ ਨਾ, ਇਹਨਾਂ ਦੀ ਜਿਹੜੀ ਇਹਨਾਂ ਨੂੰ ਹਜੇ ਉਹਨਾਂ ਪ੍ਰੋਪਰਲੀ ਐਕਸਪਲੋਰ ਨਹੀਂ ਕਰ ਪਾਏ ਆਪਾਂ, ਇਸ ਕਰਕੇ ਇਹਨਾਂ ਨੂੰ ਬਿਲਕੁਲ ਰਿਪਲੇਸ ਨਹੀਂ ਕੀਤਾ ਜਾ ਸਕਦਾ। ਹਜੇ ਇਸ ਦੇ ਉੱਪਰ ਸਟੱਡੀਜ਼ ਚੱਲਦੀਆਂ ਨੇ ਜਿਹੜੀਆਂ ਕਿ ਆਪਾਂ ਮਤਲਬ ਇਸ ਨੂੰ ਰਿਪਲੇਸ ਕਰ ਲਾਂਗੇ। ਤੇ ਠੀਕ ਹੈ।
ਉਸ ਕਰਕੇ ਫਿਰ ਹਾਰ ਇਹ ਅੰਡਰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੰਡਰ ਸਟੱਡੀ ਨੇ, ਜਾਂ ਕਹਿ ਲਈਏ ਕਿ ਅੰਡਰ ਇਨਵੈਸਟੀਗੇਸ਼ਨਸ ਨੇ। ਠੀਕ ਹੈ, ਬਟ ਹਾਂ ਪੋਟੈਂਸ਼ੀਅਲ ਹੈਗਾ ਇਹਨਾਂ 'ਚ ਕਿ ਇਹ ਅੱਗੇ ਕੱਲ੍ਹ ਨੂੰ ਆਪਾਂ ਨੂੰ ਫੋਸਿਲ ਫਿਊਲ ਤੋਂ ਇਹਨਾਂ ਦਾ ਜਿਹੜਾ ਪ੍ਰੈਸ਼ਰ ਆ ਉਹ ਘਟਾ ਸਕਣ। ਠੀਕ ਹੋ ਗਿਆ ਜੀ, ਕਲੀਅਰ एवरीवन। ਠੀਕ ਹੈ ਰਾਜੇ, ਸੋ ਵਿਦ ਦਿਸ ਚੈਪਟਰ ਇਜ਼ ਕੰਪਲੀਟਡ। ਬਾਕੀ ਜਿਹੜਾ ਨੈਕਸਟ ਚੈਪਟਰ ਹੈ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਸਟਾਰਟ। ਠੀਕ ਹੈ ਰਾਜੇ, ਓਕੇ, ਥੈਂਕ ਯੂ ਰਾਜੇ, ਓਕੇ।